ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਜਿਉ ਭਾਵੈ ਤਿਉ ਮੋਹਿ ਪ੍ਰਤਪਾਲ, ਪਾਰ ਬ੍ਰਹਮ ਪਰਮੇਸ਼ਰ ਸਤਿਗੁਰ, ਹਮ ਬਾਰਿਕ ਤੁਮ ਪਿਤਾ ਕਿਰਪਾਲ। ਜਿਉ ਭਾਵੈ ਤਿਉ ਮੋਹਿ ਪ੍ਰਤਪਾਲ, ਪਾਰ ਬ੍ਰਹਮ ਪਰਮੇਸ਼ਰ ਸਤਿਗੁਰ, ਹਮ ਬਾਰਿਕ ਤੁਮ ਪਿਤਾ ਕਿਰਪਾਲ। ਰਹਾਉ ਮੋਹਿ ਨਿਰਗੁਣ ਗੁਣ ਨਾਹੀ ਕੋਈ, ਪਾਹੁਚ ਨ ਸਾਕਉ ਤੁਮਰੀ ਘਾਲ। ਤੁਮਰੀ ਗਤ ਮਿਤ ਤੁਮ ਹੀ ਜਾਨਹੁ, ਜੀਉ ਪਿੰਡ ਸਭ ਤੁਮਰੋ ਮਾਲ। ਅੰਤਰਜਾਮੀ ਪੁਰਖ ਸੁਆਮੀ, ਅਨਬੋਲਤ ਹੀ ਜਾਨਹੁ ਹਾਲ। ਤਨ ਮਨ ਸੀਤਲ ਹੋਏ ਹਮਾਰੂ, ਨਾਨਕ ਪ੍ਰਭ ਜੀਉ ਨਦਰ ਨਿਹਾਲ। ਅੰਤਰਜਾਮੀ ਪੁਰਖ ਸੁਆਮੀ, ਅਨਬੋਲਤ ਹੀ ਜਾਨਹੁ ਹਾਲ। ਤਨ ਮਨ ਸੀਤਲ ਹੋਏ ਹਮਾਰੂ, ਨਾਨਕ ਪ੍ਰਭ ਜੀਉ ਨਦਰ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਵਡਭਾਗੇ ਹੋ। ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਸ੍ਰੀ ਮੁਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾੜਾਲ ਤਥਾ ਦੇਸ਼ ਵਿਦੇਸ਼ਾਂ ਦੇ ਅੰਦਰ, ਘਰਾਂ ਦੇ ਅੰਦਰ PTC ਦੇ ਮਾਧਿਅਮ ਰਾਹੀਂ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ, ਹਾਲਤ ਪਲਤ ਦੇ ਰਾਖੇ, ਗਿਆਨ ਦੇ ਮਹਾਸਾਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁਖ ਵਾਕ, ਸ਼ਹੀਦਾਂ ਦੇ ਸਿਰਤਾਜ, ਬਾਣੀ ਕੇ ਬੋਹਿਤ, ਕਲਯੁਗੀ ਜੀਵਾਂ ਦੇ ਉਧਾਰਕ, ਸ਼ਾਂਤੀ ਦੇ ਮੁਜੱਸਮੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ
ਸਮੁੱਚੀ ਲੋਕਾਈ ਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਔਰ ਅੱਜ ਦੇ ਇਸ ਪਾਵਨ ਹੁਕਮ ਅੰਦਰ ਸਤਿਗੁਰੂ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਦੇ ਰੂਪ ਵਿੱਚ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ ਤੇ ਸਾਨੂੰ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਉਸ ਮਾਲਕ ਦੇ ਚਰਨਾਂ ਵਿੱਚ ਭਾਈ ਇਸ ਤਰ੍ਹਾਂ ਬੇਨਤੀ ਕਰਿਆ ਕਰੋ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਸੰਗਤ ਜੀ, ਰਾਗ ਬਿਲਾਵਲ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 828 ਤੇ ਸੁਭਾਏ ਬਾਣ ਜਿਉ ਭਾਵੈ ਤਿਉ ਮੋਹਿ ਪ੍ਰਤਪਾਲ। ਸਤਿਗੁਰੂ ਜੀ ਪਰਮੇਸ਼ਰ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ, ਜਿਉ ਭਾਵੈ ਤਿਉ ਮੋਹਿ ਪ੍ਰਤਪਾਲ। ਮਹਾਰਾਜ ਜਿਵੇਂ ਆਪ ਜੀ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਮਹਾਰਾਜ ਤੁਸੀਂ ਮੇਰੀ ਪ੍ਰਤਪਾਲਣਾ ਕਰੋ। ਭਾਵੇਂ ਪਰਮੇਸ਼ਰ ਸਾਰਿਆਂ ਜੀਆਂ ਦੀ ਪਾਲਣਾ ਕਰਦਾ ਹੈ। ਸੰਗਤ ਜੀ, ਦੱਦਾ ਦਾਤਾ ਏਕ ਹੈ, ਸਭ ਕੋ ਦੇਵੜ ਹਾਰ। ਦੇਂਦੇ ਟੋਟ ਨਾ ਆਵਈ, ਅਗਣਤ ਭਰੇ ਭੰਡਾਰ। ਸਤਿਗੁਰੂ ਪਾਤਸ਼ਾਹ ਜੀ ਦੱਦੇ ਅੱਖਰ ਦੁਆਰਾ ਫਰਮਾਉਂਦੇ ਨੇ ਕਿ ਦਾਤਾ ਇੱਕੋ ਹੀ ਹੈ, ਜੋ ਸਾਰਿਆਂ ਜੀਆਂ ਨੂੰ ਰਿਜ਼ਕ ਦੇਣ ਵਾਲਾ ਹੈ ਤੇ ਰਿਜ਼ਕ ਦੇਂਦਿਆਂ ਦੇਂਦਿਆਂ ਉਹਦੇ ਭੰਡਾਰੇ ਵਿੱਚ ਤੋਟ ਨਹੀਂ ਆਉਂਦੀ। ਉਹਦੇ ਭੰਡਾਰ ਅਣਗਿਣਤ ਹੀ ਭਰੇ ਹੋਏ ਨੇ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਦੇਂਦਾ ਦੇ ਲੈਂਦੇ ਤੱਕ ਪਾਹੇ। ਦਾਤਾ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ ਦਾਤਾ ਦੇ ਹੀ ਜਾਂਦਾ ਹੈ, ਪਰ ਦਾਤਾ ਲੈਣ ਵਾਲੇ, ਦਾਤਾ ਪ੍ਰਾਪਤ ਕਰਨ ਵਾਲੇ ਥੱਕ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਪਰ ਉਹ ਪਰਮੇਸ਼ਰ ਵਾਹਿਗੁਰੂ ਸੰਗਤ ਜੀ ਖਤਮ ਨਹੀਂ ਹੁੰਦਾ, ਉਹ ਸਦੀਵ ਕਾਲ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਸੇ ਕਰਕੇ ਹੀ ਰਾਗ ਗੂਜਰੀ ਵਿੱਚ ਫਰਮਾਉਂਦੇ ਨੇ, ਕਾਹੇ ਰੇ ਮਨ ਚਿਤ ਵਹਿ ਉਦਮ, ਜਾਂ ਆਹਰ ਹਰ ਜੀਉ ਪਰਿਆ। ਐ ਜੀਵ ਵੇਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਸਾਰੇ ਆਰ ਕਰਦਾ ਹੈ,
ਤੇ ਤੂੰ ਕੀ ਉਦਮ ਚਿਤਵਦਾ ਰਹਿਣਾ ਹੈ। ਉਹ ਪਰਮੇਸ਼ਰ ਵਾਹਿਗੁਰੂ ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਾਉ ਕਰਿਆ ਸਿਰ ਬਸਿਰ। ਸਾਰਿਆਂ ਨੂੰ ਰਿਜਕ ਦਿੰਦਾ ਸੰਗਤ ਜੀ, ਰਿਜਕ ਪਹੁੰਚਾਉਂਦਾ ਹੈ। ਤੇ ਫਿਰ ਸਤਿਗੁਰੂ ਜੀ ਕਹਿੰਦੇ ਤੂੰ ਮਨ ਕਰਕੇ ਕਿਉਂ ਡਰੀ ਜਾਂਦਾ ਹੈ ਕਿ ਮੇਰਾ ਕੀ ਬਣੂਗਾ, ਮੇਰੇ ਪਰਿਵਾਰ ਦੀ ਪਰਵਰਿਸ਼ ਕਿਵੇਂ ਹੋਵੇਗੀ। ਮਹਾਰਾਜ ਸਾਹਿਬ ਜੀ ਕਹਿੰਦੇ ਨਾ ਕਰ ਚਿੰਤ, ਚਿੰਤਾ ਹੈ ਕਰਤੇ। ਤੂੰ ਚਿੰਤਾ ਨਾ ਕਰ, ਚਿੰਤਾ ਤੇ ਉਸ ਕਰਤੇ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਹੈ, ਜਿਸ ਪਰਮੇਸ਼ਰ ਨੇ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੋਈ ਹੈ। ਭੱਟਾਂ ਨੇ ਸਵਈਆਂ ਵਿੱਚ ਜ਼ਿਕਰ ਕੀਤਾ ਹੈ 84 ਲੱਖ ਜੋਨ ਉਪਾਈ, ਰਿਜਕ ਦੀਆ ਸਭੂ ਕੋ ਤਦਕਾ। ਪਰਮੇਸ਼ਰ ਨੇ 84 ਲੱਖ ਜੂਨਾਂ ਪੈਦਾ ਕੀਤੀਆਂ ਨੇ ਸੰਗਤ ਜੀ, ਤੇ ਸਾਰੀਆਂ ਜੂਨਾਂ ਦੀ ਪ੍ਰਤਪਾਲਣਾ ਵਾਹਿਗੁਰੂ ਆਪ ਕਰਦਾ ਹੈ। ਜਦੋਂ ਤੋਂ ਉਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ 84 ਲੱਖ ਜੂਨਾਂ ਪੈਦਾ ਕੀਤੀਆਂ ਨੇ, ਉਦੋਂ ਤੋਂ ਹੀ ਉਹਨੇ ਸਾਰਿਆਂ ਦਾ ਰਿਜ਼ਕ ਸਾਰਿਆਂ ਦੇ ਅੱਗੇ ਰੱਖਿਆ ਹੋਇਆ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਹਜੂਰ ਕਹਿੰਦੇ ਨੇ ਕਿ ਸਮੁੰਦਰ ਦੇ ਵਿੱਚ ਪਰਮੇਸ਼ਰ ਨੇ ਜੀਵ ਪੈਦਾ ਕੀਤੇ ਨੇ। ਸਮੁੰਦਰ ਦੇ ਵਿੱਚ ਨਾ ਤਾਂ ਕੋਈ ਖੇਤੀ ਕਰਨ ਵਾਲੀ ਜਗ੍ਹਾ ਹੈ ਤੇ ਨਾ ਹੀ ਕੋਈ ਖੇਤੀ ਕਰਦਾ ਹੈ। ਸਮੁੰਦਰ ਦੇ ਵਿੱਚ ਨਾ ਹੀ ਕੋਈ ਦੁਕਾਨ ਹੈ ਤੇ ਨਾ ਹੀ ਉੱਤੇ ਕੋਈ ਦੁਕਾਨਦਾਰ ਹੈ, ਪਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਦਾ ਆਹਾਰ, ਉਹਨਾਂ ਦਾ ਭੋਜਨ ਜੀ ਹੀ ਪੈਦਾ ਕੀਤੇ ਨੇ। ਸੰਗਤ ਜੀ ਉਸ ਵਾਹਿਗੁਰੂ ਨੂੰ ਚਿੰਤਾ ਹੈ, ਕਿਉਂਕਿ ਜਿਸ ਬਾਪ ਨੇ ਬੱਚਿਆਂ ਨੂੰ ਜਨਮ ਦਿੱਤਾ ਹੈ ਫਿਰ ਚਿੰਤਾ ਵੀ ਉਹਨੂੰ ਹੁੰਦੀ ਹੈ ਨਾ, ਇਹਨਾਂ ਦੀ ਪਰਵਰਿਸ਼ ਕਿਵੇਂ ਕਰਨੀ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਰਿਆਂ ਜੀਆਂ ਦੀ ਪ੍ਰਤਪਾਲਣਾ ਕਰਦਾ ਹੈ। ਭਗਤ ਧੰਨਾ ਜੀ ਕਹਿੰਦੇ ਨੇ ਪਾਕੜ ਕੀਟ ਗੁਪਤ ਹੋਏ ਰਹਿਤਾ, ਤਾਚੋ ਮਾਰਗ ਨਾਹੀ। ਕਹੇ ਧੰਨਾ ਪੂਰਨ ਤਾਹੂ ਕੋ, ਮਤ ਰੇ ਜੀ ਡਰਾਹੀ। ਭਗਤ ਜੀ ਕਹਿੰਦੇ ਪੱਥਰ ਦੇ ਵਿੱਚ ਕੀੜਾ ਹੈ, ਪਰ ਉਸ ਪੱਥਰ ਦੇ ਵਿੱਚ ਕੋਈ ਛੇਕ ਨਹੀਂ, ਕੋਈ ਮਾਰਗ ਨਹੀਂ, ਕੋਈ ਰਸਤਾ ਨਹੀਂ। ਜਿਸ ਮਾਰਗ ਰਾਹੀਂ, ਜਿਸ ਰਸਤੇ ਰਾਹੀਂ ਉਸ ਕੀੜੇ ਨੂੰ ਬਾਹਰੋਂ ਭੋਜਨ ਪਹੁੰਚਦਾ ਹੋਵੇ। ਭਗਤ ਜੀ ਕਹਿੰਦੇ ਨਹੀਂ, ਪੱਥਰ ਦੇ ਵਿੱਚ ਕੀੜਾ ਹੈ
ਪਰ ਪੱਥਰ ਬਿਲਕੁਲ ਬੰਦ ਹੈ। ਤੇ ਭਗਤ ਜੀ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਪੂਰਨ ਹੈ। ਸੰਗਤ ਜੀ ਉਹ ਸਰਬ ਕਲਾ ਸੰਪੰਨ ਹੈ। ਤੇ ਤੂੰ ਆਪਣੇ ਚਿੱਤ ਨੂੰ, ਆਪਣੇ ਜੀ ਨੂੰ ਕਾਹਦੇ ਵਾਸਤੇ ਡਰ ਵਿੱਚ ਪਾ ਕੇ ਰੱਖਿਆ ਹੋਇਆ ਹੈ? ਐਵੇਂ ਡਰੀ ਜਾਂਦਾ ਹੈ। ਜਦੋਂ ਉਹ ਪਿਤਾ ਪਰਮੇਸ਼ਰ ਵਾਹਿਗੁਰੂ ਤੇਰੇ ਸਿਰ ਤੇ ਹੈ, ਤੇਰੀ ਪਾਲਣਾ ਕਰਦਾ ਹੈ, ਤੇਰੀ ਚਿੰਤਾ, ਤੇਰਾ ਫਿਕਰ ਉਹਨੂੰ ਹੈ, ਤੇ ਫਿਰ ਤੂੰ ਕਿਉਂ ਡਰਦਾ ਹੈ? ਸਤਿਗੁਰੂ ਜੀ ਕਹਿੰਦੇ ਨੇ ਤੂੰ ਵਾਹਿਗੁਰੂ ਦਾ ਚਿੰਤਨ ਕਰਿਆ ਕਰ। ਸੰਗਤ ਜੀ ਇੱਕ ਵਾਰੀ ਸਾਖੀਕਾਰਾਂ ਨੇ ਜ਼ਿਕਰ ਕੀਤਾ ਹੈ ਕਿ ਪਾਰਵਤੀ ਨੇ ਇੱਕ ਕੀੜਾ ਡੱਬੀ ਦੇ ਵਿੱਚ ਬੰਦ ਕਰ ਲਿਆ। ਜਦੋਂ ਸ਼ਿਵ ਜੀ ਆਏ ਤੇ ਪਾਰਵਤੀ ਨੇ ਪੁੱਛਿਆ ਵੀ ਇਹ ਪਤੀ ਦੇਵ, ਸਾਰਿਆਂ ਜੀਆਂ ਨੂੰ ਰਿਜ਼ਕ ਮਿਲ ਗਿਆ? ਸ਼ਿਵ ਜੀ ਕਹਿਣ ਲੱਗੇ ਹਾਂ ਪਾਰਵਤੀ, ਪਰਮੇਸ਼ਰ ਸਮਰੱਥ ਹੈ, ਉਹਨੇ ਸਾਰੇ ਜੀਆਂ ਨੂੰ ਰਿਜ਼ਕ ਦੇ ਦਿੱਤਾ ਹੈ। ਕਹਿਣ ਲੱਗੀ ਵੇਖ ਲਓ, ਕੋਈ ਜੀਵ ਜੰਤੂ ਰਹਿ ਨਾ ਗਿਆ ਹੋਵੇ। ਕਹਿਣ ਲੱਗਾ ਨਹੀਂ, ਮਾਲਕ ਦੀ ਨਜ਼ਰ ਹੀ ਇੰਨੀ ਹੈ ਕਿ 84 ਲੱਖ ਜੂਨਾਂ ਪਰਮੇਸ਼ਰ ਦੀ ਨਿਗਾਹ ਵਿੱਚ ਨੇ। ਸਾਖੀਕਾਰ ਕਹਿੰਦੇ ਨੇ ਪਾਰਵਤੀ ਨੇ ਚਲਾਕੀ ਕੀਤੀ, ਛੇਤੀ ਨਾਲ ਡੱਬੀ ਕੱਢੀ ਤੇ ਸ਼ਿਵ ਜੀ ਨੂੰ ਝੂਠਾ ਕਰਨ ਵਾਸਤੇ ਵਿਖਾਉਣ ਲੱਗੀ ਵੀ ਆ ਵੇਖ ਕੀੜਾ, ਇਹ ਤਾਂ ਭੁੱਖਾ ਹੈ। ਪਰ ਪਰਮੇਸ਼ਰ ਡਾਢਾ ਹੈ ਨਾ ਜੀ। ਜਦੋਂ ਉਹਨੇ ਡੱਬੀ ਖੋਲੀ ਤੇ ਕੀ ਤੱਕਿਆ, ਉਸ ਕੀੜੇ ਦੇ ਮੂੰਹ ਵਿੱਚ ਵੀ ਚੌਲਾਂ ਦਾ ਦਾਣਾ ਸੀ। ਪਾਰਵਤੀ ਸ਼ਰਮਸ਼ਾਰ ਹੋ ਗਈ। ਸੰਗਤ ਜੀ ਉਹ ਵਾਹਿਗੁਰੂ ਸਾਰਿਆਂ ਜੀਆਂ ਦੀ ਪਾਲਣਾ ਕਰਦਾ ਹੈ। ਇੱਕ ਵਾਰੀ ਮੂਸੇ ਨੇ ਪਰਮਾਤਮਾ ਨੂੰ ਕਿਹਾ, ਕਹਿਣ ਲੱਗਾ ਤੁਹਾਡੀ ਡਿਊਟੀ ਬਹੁਤ ਵੱਡੀ ਹੈ। ਕਿਧਰੇ ਤੁਸੀਂ ਜੀ ਪੈਦਾ ਕਰ ਰਹੇ ਹੋ, ਕਿਧਰੇ ਭਗਵਾਨ ਤੁਸੀਂ ਉਹਨਾਂ ਨੂੰ ਰਿਜ਼ਕ ਦੇ ਰਹੇ ਹੋ, ਤੇ ਕਿਧਰੇ ਤੁਸੀਂ ਉਹਨਾਂ ਦੀ ਲੈਤਾ ਕਰ ਰਹੇ ਹੋ, ਦੁੱਖ ਸੁੱਖ ਦੇ ਰਹੇ ਹੋ। ਇਹ ਤੁਹਾਡੇ ਜਿੰਮੇ ਬਹੁਤ ਵੱਡੀ ਡਿਊਟੀ ਹੈ ਤੇ ਤੁਸੀਂ ਕਿਰਪਾ ਕਰੋ ਵੀ ਆ ਜਿਹੜੀ ਰੋਜੀ ਦੇਣ ਦੀ ਡਿਊਟੀ ਹੈ ਨਾ, ਇਹ ਮੈਨੂੰ ਦੇ ਦਿਓ ਵੀ ਸਾਰਿਆਂ ਜੀਆਂ ਨੂੰ ਰੋਟੀ ਮੈਂ ਦਿਆ ਕਰਾਂਗਾ। ਭਗਵਾਨ ਕਹਿਣ ਲੱਗੇ ਵੀ ਔਖਾ ਕੰਮ ਹੈ। ਖੁਦਾ ਨੇ ਕਿਹਾ ਇਹ ਕੰਮ ਔਖਾ ਮੂਸਿਆ? ਕਹਿਣ ਲੱਗਾ ਨਹੀਂ, ਜੇ ਮੈਂ ਨਾ ਭੁਗਤਾ ਸਕੂੰਗਾ ਤੇ ਫਿਰ ਤੁਸੀਂ ਆਪਦੀ ਡਿਊਟੀ ਵਾਪਸ ਲੈ ਲਿਓ। ਕਹਿਣ ਲੱਗੇ ਠੀਕ ਹੈ। ਖੁਦਾ ਨੇ ਰੋਜੀ ਦੇਣ ਦੀ ਡਿਊਟੀ ਜਿਹੜੀ ਸੀ ਉਹ ਮੂਸੇ ਦੀ ਲਾ ਦਿੱਤੀ। ਜਦੋਂ ਸ਼ਾਮ ਨੂੰ ਖੁਦਾ ਨੇ ਪੁੱਛਿਆ, ਮੂਸਿਆ ਸਾਰਿਆਂ ਨੂੰ ਰਿਜ਼ਕ ਦੇ ਆਇਆ ਹੈ? ਕਹਿਣ ਲੱਗਾ ਹਾਂ ਖੁਦਾ, ਸਾਰਿਆਂ ਨੂੰ ਦੇ ਆਇਆ ਹਾਂ, ਪਰ ਇੱਕ ਵਿਕਾਰੀ ਬੰਦਾ ਜਿਹੜਾ ਅਤਿਅੰਤ ਦਾ ਭੋਗੀ ਹੈ,
ਹੇ ਖੁਦਾ ਮੈਂ ਉਹਨੂੰ ਰੋਜੀ ਨਹੀਂ ਦਿੱਤੀ। ਇਹ ਖੁਦਾ ਕਹਿਣ ਲੱਗਾ ਮੂਸਿਆ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਵੀ ਇਹ ਡਿਊਟੀ ਬੜੀ ਕਠਿਨ ਹੈ ਤੇ ਤੂੰ ਨਿਭਾ ਨਹੀਂ ਸਕਦਾ। ਸੰਗਤ ਜੀ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ। ਹਜ਼ੂਰ ਕਹਿੰਦੇ ਨੇ ਕਿ ਪਰਮੇਸ਼ਰ ਕਿਸੇ ਦੀ ਰੋਜੀ ਨਹੀਂ ਟਾਲਦਾ, ਰੋਜੀ ਸਾਰਿਆਂ ਨੂੰ ਦਿੰਦਾ ਹੈ, ਸਾਰਿਆਂ ਦੇ ਗੁਨਾਹ ਵੀ ਤੱਕਦਾ ਹੈ, ਸਾਡੇ ਐਬ ਵੀ ਤੱਕਦਾ ਹੈ, ਔਗਣ ਵੀ ਤੱਕਦਾ ਹੈ, ਪਰ ਉਹ ਰੋਜੀ ਦੇਣ ਤੋਂ ਟਲਦਾ ਨਹੀਂ। ਰੋਜੀ ਸਾਰਿਆਂ ਨੂੰ ਦੇਈ ਜਾਂਦਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਉਂ ਭਾਵੈ ਤਿਉ ਮੋਹਿ ਪ੍ਰਤਪਾਲ। ਮਹਾਰਾਜ ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਆਪ ਜੀ ਸਾਡੀ ਪ੍ਰਤਪਾਲਣਾ ਕਰੋ। ਸੰਗਤ ਜੀ ਕਿਤੇ ਘਰ ਵਿੱਚ ਗਰੀਬੀ ਆ ਜਾਵੇ ਤੇ ਅਸੀਂ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਨਹੀਂ ਕਰਦੇ। ਕੀ ਕਰਦੇ ਆਂ ਜੀ? ਰੱਸਿਆਂ ਨਾਲ ਫਾਹ ਲੈ ਕੇ ਮਰ ਜਾਂਦੇ ਆ। ਆਪਣੀ ਜ਼ਿੰਦਗੀ ਦੀ ਲੀਲਾ ਖਤਮ ਕਰ ਲੈਂਦੇ ਆ ਪਰ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਨਹੀਂ ਕਰਦੇ। ਸਤਿਗੁਰੂ ਜੀ ਕਹਿੰਦੇ ਨਹੀਂ ਭਾਈ, ਵਾਹਿਗੁਰੂ ਨੇ ਤੈਨੂੰ ਜ਼ਿੰਦਗੀ ਦਿੱਤੀ ਹੈ ਨਾ ਤੇ ਫਿਰ ਤੂੰ ਉਦਮ ਵੀ ਕਰਿਆ ਕਰ। ਪਰਮੇਸ਼ਰ ਨੇ ਹੱਥ ਪੈਰ ਦਿੱਤੇ ਨੇ ਕਾਰੋਬਾਰ ਕਰਨ ਵਾਸਤੇ ਤੇ ਨਾਲ ਨਾਲ ਜ਼ਬਾਨ ਵੀ ਦਿੱਤੀ ਵਾਹਿਗੁਰੂ ਦੀ ਉਪਮਾ ਕਰਨ ਵਾਸਤੇ। ਉਹਦੇ ਚਰਨਾਂ ਵਿੱਚ ਬੇਨਤੀ ਕਰਿਆ ਕਰ ਜਿਉਂ ਭਾਵੈ ਤਿਉਂ ਮੋਹਿ ਪ੍ਰਤਪਾਲ। ਮਹਾਰਾਜ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਨਾ ਤਿਵੇਂ ਹੀ ਤੁਸੀਂ ਸਾਡੀ ਪ੍ਰਤਪਾਲਣਾ ਕਰੋ ਜੀ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਾਰਾਵਾਰ ਤੋਂ ਰਹਿਤ ਬ੍ਰਹਮ ਜੋ ਪਰੇ ਤੋਂ ਪਰੇ ਹੈ। ਔਰ ਇਸੇ ਤਰ੍ਹਾਂ ਹੀ ਪਰਮੇਸ਼ਰ ਜੋ ਸਾਰਿਆਂ ਦੇ ਅੰਦਰ ਵੀ ਹੈ ਤੇ ਸਾਰਿਆਂ ਤੋਂ ਪਰੇ ਵੀ ਹੈ। ਸਤਿਗੁਰੂ ਸਰੂਪ, ਸਤਿਗੁਰੂ ਵਿੱਚ ਤੇ ਪਰਮੇਸ਼ਰ ਦੇ ਵਿੱਚ ਕੋਈ ਅੰਤਰ ਨਹੀਂ। ਗੁਰ ਪਰਮੇਸ਼ਰ ਏਕੋ ਜਾਣ। ਗੁਰੂ ਤੇ ਪਰਮੇਸ਼ਰ ਇੱਕ ਰੂਪ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਹਮ ਬਾਰਿਕ ਤੁਮ ਪਿਤਾ ਕਿਰਪਾਲ। ਮਹਾਰਾਜ ਅਸੀਂ ਤਮਾਮ ਜੀਵ ਤੁਹਾਡੇ ਬੱਚੇ ਆ ਤੇ ਆਪ ਸਾਡੇ ਪਿਤਾ ਹੋ। ਤੇ ਪਿਤਾ ਜਿਹੜਾ ਉਹ ਕਿਰਪਾਲੂ ਹੁੰਦਾ ਹੈ। ਕਰ ਉਪਦੇਸ਼ ਝਿੜਕੇ ਬਹੁ ਭਾਤੀ ਬਹੁੜ ਪਿਤਾ ਗੱਲ ਲਾਵੇ। ਭਾਵੇਂ ਅਨੇਕਾਂ ਤਰੀਕਿਆਂ ਨਾਲ ਪਿਤਾ ਆਪਣੇ ਬੱਚੇ ਨੂੰ ਝਿੜਕਦਾ ਵੀ ਹੈ ਪਰ ਸੰਗਤ ਜੀ ਫੇਰ ਆਪਣੇ ਗੱਲ ਲਾ ਲੈਂਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਪਿਤਾ ਪਰਮੇਸ਼ਰ ਵਾਹਿਗੁਰੂ ਵੀ ਐਸਾ ਹੀ ਹੈ। ਸੰਗਤ ਜੀ ਸਾਨੂੰ ਦੁੱਖ ਵੀ ਦਿੰਦਾ ਹੈ, ਝਿੜਕਦਾ ਵੀ ਹੈ, ਤਾੜਨਾ ਵੀ ਕਰਦਾ ਹੈ ਪਰ ਫਿਰ ਆਪਣੇ ਗੱਲ ਲਾ ਲੈਂਦਾ ਹੈ। ਜਿਵੇਂ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਗੌਰੇ ਨੂੰ ਆਪਣੇ ਗੱਲ ਨਾਲ ਲਾ ਲਿਆ ਸੀ। ਸੰਗਤ ਜੀ ਪਹਿਲਾਂ ਝਿੜਕ ਵੀ ਦਿੱਤਾ ਸੀ, ਤਾੜਨਾ ਵੀ ਸਖਤ ਕਰ ਦਿੱਤੀ ਸੀ ਪਰ ਫਿਰ ਸਤਿਗੁਰੂ ਜੀ ਨੇ ਦਇਆ ਦੇ ਘਰ ਵਿੱਚ ਆ ਕੇ ਭਾਈ ਗੌਰੇ ਨੂੰ ਆਪਣੇ ਗਲੇ ਲਾ ਲਿਆ ਸੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹੇ ਪਾਰ ਬ੍ਰਹਮ ਪਰਮੇਸ਼ਰ ਦੇ ਸਰਗੁਣ ਸਰੂਪ ਸਤਿਗੁਰੂ ਜੀ ਅਸੀਂ ਤੁਹਾਡੇ ਬਾਰਕ ਬੱਚੇ ਹਾਂ। ਆਪ ਸਾਡੇ ਪਿਤਾ ਹੋ ਤੇ ਆਪ ਕਿਰਪਾ ਦਾ ਆਲ ਘਰ ਹੋ ਜੀ। ਰਹਾਉ ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਨੇ ਮੋਹਿ ਨਿਰਗੁਣ ਗੁਣ ਨਾਹੀ ਕੋਈ। ਸੱਚੇ ਪਾਤਸ਼ਾਹ
ਮੋਹਿ ਨਿਰਗੁਣ, ਮੈਂ ਨਿਰਗੁਣਾ ਹਾਂ, ਗੁਣ ਨਾਹੀ ਕੋਈ। ਮਹਾਰਾਜ ਮੇਰੇ ਵਿੱਚ ਕੋਈ ਵੀ ਸ਼ੁਭ ਗੁਣ ਨਹੀਂ। ਭਾਵੇਂ ਸਤਿਗੁਰਾਂ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ, ਗੁਣ ਅਵਗੁਣ ਸਮਾਨ ਹੈ। ਜਿੱਥੇ ਬੰਦੇ ਦੇ ਅੰਦਰ ਗੁਣ ਹੁੰਦੇ ਨੇ ਨਾ ਜੀ, ਉੱਥੇ ਅਵਗੁਣ ਵੀ ਹੈ। ਕਿਉਂਕਿ ਜਿੱਥੇ ਅਵਗੁਣ ਨੇ ਉੱਥੇ ਗੁਣ ਵੀ ਹੁੰਦੇ ਨੇ। ਗੁਲਾਬ ਦਾ ਫੁੱਲ ਬੜਾ ਸੋਹਣਾ ਹੁੰਦਾ ਹੈ, ਉਹਦੇ ਵਿੱਚ ਸੁਗੰਧੀ ਵੀ ਹੈ, ਸੁਹਾਪਣ ਵੀ ਹੈ, ਸੁੰਦਰਤਾਈ ਵੀ ਹੈ, ਪਰ ਉਹਦੇ ਵਿੱਚ ਅਵਗੁਣ ਵੀ ਹੈ, ਉਹਨੂੰ ਕੰਡੇ ਲੱਗੇ ਹੋਏ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਹਰੇਕ ਸਰੀਰ ਦੇ ਵਿੱਚ ਗੁਣ ਵੀ ਨੇ ਤੇ ਅਵਗੁਣ ਵੀ ਨੇ। ਪਰ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਨੀ, ਮੋਹਿ ਨਿਰਗੁਣ, ਗੁਣ ਨਾਹੀ ਕੋਈ। ਮਹਾਰਾਜ ਮੇਰੇ ਵਿੱਚ ਕੋਈ ਗੁਣ ਨਹੀਂ। ਜਿਵੇਂ ਗੁਰੂ ਅਰਜਨ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ ਨਾ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਾਏ ਹੋਈ। ਮਹਾਰਾਜ ਮੈਂ ਤਾਂ ਨਿਰਗੁਣਿਆਰਾ ਸੀ, ਮੇਰੇ ਵਿੱਚ ਕੋਈ ਗੁਣ ਨਹੀਂ ਸੀ, ਤੇ ਤੁਹਾਨੂੰ ਆਪ ਨੂੰ ਹੀ ਤਰਸ ਪੈ ਗਿਆ। ਤੁਸੀਂ ਆਪ ਹੀ ਕਿਰਪਾ ਕਰਕੇ ਮੇਰੇ ਤੇ ਬਖਸ਼ਿਸ਼ ਕੀਤੀ ਹੈ। ਤੋ ਸਤਿਗੁਰੂ ਜੀ ਕਹਿੰਦੇ ਨੇ, ਮਹਾਰਾਜ ਮੈਂ ਨਿਰਗੁਣਿਆਰਾ ਹਾਂ, ਮੇਰੇ ਵਿੱਚ ਕੋਈ ਵੀ ਚੰਗਾ ਗੁਣ ਨਹੀਂ। ਪਹੁੰਚ ਨ ਸਾਕੋ ਤੁਮਰੀ ਘਾਲ। ਮਹਾਰਾਜ ਮੈਂ ਤੁਹਾਡੀ ਘਾਲ ਸੇਵਾ ਤੱਕ ਨਹੀਂ ਪਹੁੰਚ ਸਕਦਾ। ਮੈਂ ਆਪਣੇ ਆਪ ਤੁਹਾਡੀ ਘਾਲ ਸੇਵਾ ਨਹੀਂ ਕਰ ਸਕਦਾ, ਕਿਉਂਕਿ ਮੇਰੇ ਵਿੱਚ ਕੋਈ ਚੰਗਾ ਗੁਣ ਨਹੀਂ। ਜੇ ਆਪ ਕਿਰਪਾ ਕਰਦੇ ਹੋ ਤਾਂ ਮੈਂ ਆਪ ਜੀ ਦੀ ਸੇਵਾ ਕਰ ਸਕਦਾ ਹਾਂ। ਜੇ ਮੇਰੇ ਤੇ ਮਿਹਰ ਦਾ ਹੱਥ ਰੱਖੋ ਤਾਂ ਮੈਂ ਆਪ ਜੀਆਂ ਦਾ ਸਿਮਰਨ ਕਰ ਸਕਦਾ ਹਾਂ। ਮਹਾਰਾਜ ਇਹ ਮੇਰੇ ਤੇ ਰਹਿਮਤ ਕਰੋ। ਤੁਮਰੀ ਗਤ ਮਿਤ ਤੁਮ ਹੀ ਜਾਨੋ। ਮਹਾਰਾਜ ਤੁਹਾਡੀ ਗਤ ਪ੍ਰਾਪਤੀ ਦੀ ਜਿਹੜੀ ਮਿਤ ਮਰਜ਼ਾਦਾ ਹੈ ਨਾ, ਉਹਨੂੰ ਤੁਸੀਂ ਆਪ ਹੀ ਜਾਣਦੇ ਹੋ। ਕਿਉਂ? ਹਜੂਰ ਕਹਿੰਦੇ ਨੇ ਇੱਕ ਜਾਗਦੇ ਨੇ, ਜਾਗਦੇ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਕਰ ਸਕਦੇ, ਤੇ ਇੱਕ ਸੁੱਤੇ ਹੋਏ ਨੇ, ਤੇ ਵਾਹਿਗੁਰੂ ਕਿਰਪਾ ਕਰਦਾ ਤੇ ਉਹਨਾਂ ਸੁੱਤਿਆਂ ਨੂੰ ਉਠਾਲ ਕੇ ਆਪਣੀ ਪ੍ਰਾਪਤੀ ਦੀ ਬਖਸ਼ਿਸ਼ ਕਰ ਦਿੰਦਾ ਹੈ। ਇੱਕ ਜਾਗੰਦੇ ਨਾਲ ਅੰਨ, ਇਕੜਾ ਸੁੱਤਿਆਂ ਦੇ ਉਠਾਲ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਉਹਦੀ ਮਿੱਤ ਹੈ, ਇਹ ਉਹਦੀ ਮਰਜ਼ਾਦਾ ਹੈ, ਤੇ ਉਹਦੀ ਮਰਜ਼ਾਦਾ ਨੂੰ ਉਹ ਆਪ ਹੀ ਜਾਣਦਾ ਹੈ। ਉਹਨੇ ਕਿਸ ਤਰੀਕੇ ਨਾਲ ਕਿਸ ਨੂੰ ਪ੍ਰਾਪਤ ਹੋਣਾ ਹੈ, ਸੰਗਤ ਜੀ ਇਹ ਕੋਈ ਦੂਜਾ ਬੰਦਾ ਨਹੀਂ ਜਾਣ ਸਕਦਾ। ਸਤਿਗੁਰੂ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੀ ਗਤ ਪ੍ਰਾਪਤੀ ਦੀ ਜਿਹੜੀ ਮਿੱਤ ਮਰਜ਼ਾਦਾ ਹੈ ਨਾ, ਇਹਨੂੰ ਤੁਸੀਂ ਆਪ ਹੀ ਜਾਣਦੇ ਹੋ। ਜੀਉ ਪਿੰਡ ਸਭ ਤੁਮਰੋ ਮਾਲ। ਮਹਾਰਾਜ ਜੀ ਜੋ ਤੁਸੀਂ ਮੈਨੂੰ ਬਖਸ਼ਿਸ਼ ਕੀਤਾ ਹੈ ਨਾ, ਇਹ ਜੀਉ, ਜਿੰਦ ਅਤੇ ਪਿੰਡ, ਸਰੀਰ ਤੇ ਸਾਰਾ ਮਾਲ ਧਨ, ਇਹ ਸਾਰਾ ਤੁਹਾਡਾ ਦਿੱਤਾ ਹੋਇਆ ਹੈ। ਨਾ ਤਾਂ ਮੇਰਾ ਸਰੀਰ ਆਪਣਾ ਹੈ, ਭਾਵੇਂ ਅਸੀਂ ਇਹ ਗੱਲ ਜ਼ਰੂਰ ਕਹਿੰਦੇ ਆ ਕਿ ਮੇਰਾ ਸਰੀਰ ਨਹੀਂ ਮੰਨਦਾ, ਮੇਰਾ ਸਰੀਰ ਅੱਜ ਕੰਮ ਨਹੀਂ ਕਰਦਾ,
ਪਰ ਸਤਿਗੁਰੂ ਜੀ ਕਹਿੰਦੇ ਸਰੀਰ ਤਾਂ ਤੇਰਾ ਹੈ ਹੀ ਨਹੀਂ, ਸਰੀਰ ਤਾਂ ਤੈਨੂੰ ਵਾਹਿਗੁਰੂ ਨੇ ਦਿੱਤਾ ਹੈ ਤੇ ਤੂੰ ਬਦੋ ਬਦੀ ਇਹਦੇ ਤੇ ਕਬਜ਼ਾ ਕਰੀ ਜਾ ਰਿਹਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਜੀ ਇਹ ਸਰੀਰ ਵੀ ਤੁਹਾਡਾ ਦਿੱਤਾ ਹੋਇਆ ਹੈ ਤੇ ਇਹਦੇ ਅੰਦਰ ਜਿਹੜਾ ਜੀਵ ਹੈ, ਜਿੰਦ ਹੈ, ਉਹ ਵੀ ਤੁਹਾਡੀ ਦਿੱਤੀ ਹੋਈ ਹੈ ਤੇ ਸਾਰਾ ਮਾਲ ਧਨ ਜਿਹੜਾ ਨਾ ਜੀ ਮਹਾਰਾਜ ਇਹ ਵੀ ਤੁਹਾਡਾ ਦਿੱਤਾ ਹੋਇਆ ਹੈ। ਅੰਤਰਜਾਮੀ ਪੁਰਖ ਸੁਆਮੀ, ਮਹਾਰਾਜ ਆਪ ਅੰਤਰਜਾਮੀ ਹੋ, ਅੰਦਰ ਦੀ ਜਾਣਨ ਵਾਲੇ ਹੋ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਅਸੀਂ ਸਮਾਜ ਵਿੱਚ ਵਿਚਰਨ ਵਾਲੇ, ਕਿਉਂਕਿ ਸਾਨੂੰ ਇੰਨੀ ਪਹਿਚਾਣ ਨਹੀਂ, ਪਹਿਚਾਣ ਨਾ ਹੋਣ ਕਰਕੇ ਅਸੀਂ ਕਈ ਵਾਰ ਭਲਿਆਂ ਨੂੰ ਬੁਰਾ ਕਹੀ ਜਾਂਦੇ ਆ ਤੇ ਬੁਰਿਆਂ ਨੂੰ ਭਲਾ ਕਹੀ ਜਾਂਦੇ ਆ। ਸਾਡੀ ਤੇ ਇਹ ਹਾਲਤ ਹੈ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਆਪ ਅੰਤਰਜਾਮੀ ਹੋ, ਘਟਾਂ ਘਟਾਂ ਦੀ ਜਾਣਨ ਵਾਲਿਓ ਮਹਾਰਾਜ, ਤੁਹਾਨੂੰ ਹੀ ਪਤਾ ਵਾ ਵੀ ਮਾੜਾ ਕਿਹੜਾ ਹੈ ਤੇ ਚੰਗਾ ਕਿਹੜਾ ਹੈ। ਅੰਤਰਜਾਮੀ ਪੁਰਖ ਸੁਆਮੀ, ਮਹਾਰਾਜ ਆਪ ਪੂਰਨ ਹੋ, ਆਪ ਵਿੱਚ ਕਿਸੇ ਪ੍ਰਕਾਰ ਦੀ ਕੋਈ ਘਾਟ ਨਹੀਂ ਮਾਲਕੋ। ਅਨਬੋਲਤ ਹੀ ਜਾਣਹੁ ਹਾਲ, ਮਹਾਰਾਜ ਬਗੈਰ ਬੋਲਿਆਂ ਤੋਂ ਹੀ ਤੁਸੀਂ ਜੀਵਾਂ ਦੇ ਅੰਦਰ ਦਾ ਹਾਲ ਜਾਣ ਲੈਂਦੇ ਹੋ। ਸੰਗਤ ਜੀ ਜਿਨ੍ਹਾਂ ਨੂੰ ਅੰਤਰਜਾਮਤਾ ਹੋ ਜਾਂਦੀ ਹੈ ਨਾ, ਉਹ ਬਗੈਰ ਬੋਲਿਆਂ ਤੋਂ, ਬਗੈਰ ਦੱਸਿਆਂ ਤੋਂ ਹੀ ਸਭ ਕੁਝ ਜਾਣ ਲੈਂਦੇ ਨੇ। ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ। ਤੇ ਅੰਤਰਜਾਮਤਾ ਕਿਹਨਾਂ ਨੂੰ ਪ੍ਰਾਪਤ ਹੁੰਦੀ ਹੈ? ਜਿਹੜੇ ਅੰਤਰਮੁਖ ਹੋ ਜਾਂਦੇ ਨੇ। ਫਿਰ ਉਹਨਾਂ ਨੂੰ ਸੰਗਤ ਜੀ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੇ, ਜੋ ਕੁਝ ਬ੍ਰਹਮੰਡ ਵਿੱਚ ਦਿਸਦਾ ਹੈ ਨਾ, ਇਹ ਸਾਰਾ ਕੁਝ ਉਹਨਾਂ ਨੂੰ ਸਰੀਰ ਵਿੱਚੋਂ ਹੀ ਦਿਸੀ ਜਾਂਦਾ ਹੈ। ਅਮਰੀਕਾ, ਕੈਨੇਡਾ, ਇੰਗਲੈਂਡ, ਸਾਰੇ ਦੇਸ਼, ਸਾਰੀ ਧਰਤੀ, ਸੰਗਤ ਜੀ ਜੋ ਕੁਝ ਵੀ ਪਰਮੇਸ਼ਰ ਨੇ ਬਣਾਇਆ ਨਾ, ਆਹ ਛੋਟੇ ਜਿਹੇ ਪਿੰਡ ਵਿੱਚ ਹੈ ਸਾਰਾ ਕੁਝ। ਜੋ ਬ੍ਰਹਮੰਡੇ ਸੋਈ ਪਿੰਡੇ, ਇਹ ਸਾਡੇ ਸਰੀਰ ਵਿੱਚ ਹੈ। ਤੇ ਜਿਨ੍ਹਾਂ ਨੇ ਮੂੰਦਲੀਏ ਦਰਵਾਜ਼ੇ, ਆਪਣੇ ਬਾਹਰੋਂ ਦਰਵਾਜ਼ੇ ਬੰਦ ਕਰ ਲਏ, ਸੰਗਤ ਜੀ ਫਿਰ ਉਹਨਾਂ ਦੀ ਬਿਰਤੀ ਅੰਤਰਮੁਖ ਹੋ ਜਾਂਦੀ ਹੈ। ਤੇ ਜਦੋਂ ਅੰਤਰਮੁਖ ਬਿਰਤੀ ਹੋ ਜਾਵੇ ਤੇ ਫਿਰ ਉਹਨਾਂ ਨੂੰ ਅੰਦਰੋਂ ਹੀ ਸਭ ਕੁਝ ਦਿਸੀ ਜਾਂਦਾ ਹੈ। ਇਹ ਮਾੜਾ, ਇਹ ਚੰਗਾ ਹੈ, ਆਉਣ ਵਾਲਾ ਸਮਾਂ ਇਸ ਤਰ੍ਹਾਂ ਦਾ ਹੋਵੇਗਾ, ਪਿੱਛੇ ਬੀਤਿਆ ਸਮਾਂ ਇਸ ਤਰ੍ਹਾਂ ਦਾ ਹੈ। ਉਹਨਾਂ ਨੂੰ ਫਿਰ ਤਿੰਨਾਂ ਸਮਿਆਂ ਦੀ ਗਿਆਤ ਹੋ ਜਾਂਦੀ ਹੈ। ਤੇ ਸਤਿਗੁਰੂ ਜੀ ਕਹਿੰਦੇ ਮਹਾਰਾਜ ਤੁਸੀਂ ਅੰਤਰਜਾਮੀ ਹੋ, ਮਹਾਰਾਜ ਤੁਸੀਂ ਪੂਰਨ ਮਾਲਕ ਹੋ ਸਾਡੇ, ਤੇ ਬਗੈਰ ਬੋਲਿਆਂ ਤੋਂ ਹੀ ਸਾਡੇ ਹਾਲ ਨੂੰ ਜਾਣਦੇ ਹੋ, ਸਾਡੀ ਹਾਲਤ ਜਾਣਦੇ ਹੋ। ਤਨ ਮਨ ਸੀਤਲ ਹੋਏ ਹਮਾਰੂ, ਮਹਾਰਾਜ ਸਾਡਾ ਤਨ ਸਰੀਰ ਅਤੇ ਮਨ ਇਹ ਸੀਤਲ ਹੋ ਜਾਂਦੇ ਨੇ। ਕਦੋਂ? ਨਾਨਕ ਪ੍ਰਭ ਜੀਓ ਨਦਰ ਨਿਹਾਲ, ਹਜੂਰ ਕਹਿੰਦੇ ਹੈ ਪ੍ਰਭੂ ਜੀ, ਜਦੋਂ ਆਪ ਕਿਰਪਾ ਭਰ ਕੇ ਦ੍ਰਿਸ਼ਟੀ ਨਾਲ ਤੱਕਦੇ ਹੋ ਨਾ ਸਾਡੇ ਵੱਲੇ, ਸਾਡਾ ਮਨ ਤੇ ਸਾਡਾ ਤਨ ਮਹਾਰਾਜ ਸੀਤਲ ਹੋ ਜਾਂਦਾ ਹੈ, ਠੰਡਾ ਹੋ ਜਾਂਦਾ ਹੈ। ਸੰਗਤ ਜੀ ਕਈ ਗੁਰਮੁਖ ਪਿਆਰੇ ਇਹ ਗੱਲ ਕਹਿੰਦੇ ਨੇ ਕਿ ਬੰਦਾ ਕਿੰਨਾ ਵੀ ਗੁੱਸੇ ਵਿੱਚ ਆਇਆ ਹੋਵੇ, ਜਦੋਂ ਗੁਰੂ ਰਾਮਦਾਸ ਜੀ ਦੇ ਦਰ ਤੇ
ਪੌੜੀਆਂ ਉਤਰ ਕੇ ਆਉਂਦਾ ਹੈ ਤੇ ਪਰਿਕਰਮਾ ਵਿੱਚ ਆਉਂਦਿਆਂ ਹੀ ਉਹਨੂੰ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ। ਸਤਿਗੁਰੂ ਪਰਮੇਸ਼ਰ ਜਦੋਂ ਕਿਰਪਾ ਭਰੀ ਦ੍ਰਿਸ਼ਟੀ ਨਾਲ ਤੱਕਦੇ ਨੇ ਤੇ ਸੰਗਤ ਜੀ ਉਦੋਂ ਜੀਵ ਦਾ ਮਨ ਤੇ ਤਨ ਜਿਹੜਾ ਹੈ ਇਹ ਸੀਤਲ ਹੋ ਜਾਂਦਾ ਹੈ, ਸ਼ਾਂਤ ਹੋ ਜਾਂਦਾ ਹੈ, ਟਿਕ ਜਾਂਦਾ ਹੈ। ਫਿਰ ਇਹ ਭੱਜਦਾ ਨਹੀਂ, ਦੌੜਦਾ ਨਹੀਂ, ਕਿਉਂਕਿ ਮਨ ਦੀ ਸਪੀਡ ਜਿਹੜੀ ਹੈ ਨਾ ਜੀ ਬਹੁਤ ਜ਼ਿਆਦਾ ਹੈ। ਇਹ ਹਵਾਈ ਜਹਾਜ਼ ਨੂੰ ਵੀ ਪਿੱਛੇ ਛੱਡੀ ਜਾਂਦਾ ਹੈ। ਹਵਾਈ ਜਹਾਜ਼ ਜਿਹੜਾ ਵਿਦੇਸ਼ ਵਿੱਚ ਜਾਂਦਾ, ਕੋਈ 12 ਘੰਟਿਆਂ 'ਚ ਜਾਂਦਾ, ਕੋਈ 13 'ਚ ਜਾਂਦਾ, ਕੋਈ 16 'ਚ ਜਾਂਦਾ ਹੈ। ਪਰ ਸੰਗਤ ਜੀ ਇਹ ਤਾਂ ਇੱਕ ਸਕਿੰਟ ਵਿੱਚ ਹੀ ਚਲੇ ਜਾਂਦਾ ਹੈ। ਇਹਦੀ ਇੰਨੀ ਰਫ਼ਤਾਰ ਹੈ। ਤੇ ਸਾਈਕਲ ਤੋਂ ਲੈ ਕੇ ਹਵਾਈ ਜਹਾਜ਼ ਤੱਕ ਬ੍ਰੇਕਾਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਰੋਕਣ ਵਾਸਤੇ। ਤੇ ਸਾਡੇ ਮਨ ਨੂੰ ਤੇ ਬ੍ਰੇਕ ਵੀ ਕੋਈ ਨਹੀਂ, ਤੇ ਆਪਾਂ ਬ੍ਰੇਕ ਲਾਉਣੀਆਂ ਗੁਰੂ ਦੇ ਸ਼ਬਦ ਦੀ, ਜਾਂ ਸ਼ਬਦ ਦੀ ਬ੍ਰੇਕ ਲਾਵਾਂਗੇ ਤੇ ਸੰਗਤ ਜੀ ਫਿਰ ਇਹ ਗੁਰੂ ਦੀ ਕਿਰਪਾ, ਗੁਰੂ ਦੀ ਦ੍ਰਿਸ਼ਟੀ ਕਰਕੇ ਟਿਕ ਜਾਵੇਗਾ। ਇਹ ਸਤਿਗੁਰਾਂ ਨੇ ਪਾਵਨ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਸੀ। ਆਓ ਜੋ ਰਾਮਕਲੀ ਰਾਗ ਵਿੱਚ ਲੜੀਵਾਰ ਕਥਾ ਚੱਲ ਰਹੀ ਹੈ, ਪਿਆਰ ਸਹਿਤ ਸਰਵਣ ਕਰੀਏ ਜੀ। ਰਾਮਕਲੀ ਮਹੱਲਾ ਪਹਿਲਾ, ਦੱਖਣੀ ਓੰਕਾਰ। ਸੰਗਤ ਜੀ ਰਾਮਕਲੀ ਇੱਕ ਰਾਗਣੀ ਹੈ, ਔਰ ਰਾਮਕਲੀ ਰਾਗਣੀ ਵਿੱਚ ਪਹਿਲੇ ਪਾਤਸ਼ਾਹ ਦੱਖਣੀ ਰਾਗਣੀ, ਦੱਖਣੀ ਰਾਮਕਲੀ ਦੀ ਜਾਤੀ ਨੂੰ ਮਿਲਾ ਕੇ ਤੇ ਇਹ ਪਾਵਨ ਸ਼ਬਦ ਉਚਾਰਨ ਕਰਦੇ ਨੇ। ਓੰਕਾਰ, ਓੰਕਾਰ ਦੀ ਇਹ ਬਾਣੀ ਹੈ। ਇਹਨੂੰ ਦੱਖਣੀ ਓੰਕਾਰ ਵੀ ਕਿਹਾ ਜਾਂਦਾ ਹੈ, ਪਰ ਜਿਹੜਾ ਵਿਸਰਾਮ ਹੈ ਨਾ ਉਹ ਰਾਮਕਲੀ ਮਹੱਲਾ ਪਹਿਲਾ ਦੱਖਣੀ ਤੇ ਹੈ। ਓੰਕਾਰ ਇਹ ਸਤਿਗੁਰਾਂ ਨੇ ਅਕਾਲ ਪੁਰਖ ਵਾਹਿਗੁਰੂ ਦੀ ਉਪਮਾ ਵਿੱਚ ਇੱਕ ਬ੍ਰਾਹਮਣ ਨੂੰ ਸਮਝਾਉਂਦਿਆਂ ਹੋਇਆ ਉਪਦੇਸ਼ ਬਖਸ਼ਿਸ਼ ਕੀਤਾ ਸੀ। ਸੰਗਤ ਜੀ ਐਮਪੀ ਦੇ ਵਿੱਚ ਇਹਨੂੰ ਪੁਰਾਣੇ ਗ੍ਰੰਥਾਂ ਦੇ ਵਿੱਚ ਮੱਧ ਭਾਰਤ ਵੀ ਲਿਖਿਆ ਹੋਇਆ ਹੈ। ਮੱਧ ਭਾਰਤ ਦੇ ਇਲਾਕੇ ਵਿੱਚ ਨਰਮਦਾ ਨਦੀ ਹੈ, ਤੇ ਨਰਮਦਾ ਨਦੀ ਦੇ ਕਿਨਾਰੇ ਤੇ ਇੱਕ ਸ਼ਿਵ ਜੀ ਦੀ ਯਾਦ ਵਿੱਚ ਓੰਕਾਰ ਨਾਮ ਦਾ ਮੰਦਿਰ ਹੈ। ਤੇ ਇਸ ਮੰਦਿਰ ਦੇ ਵਿੱਚ ਇੱਕ ਪਾਂਡਾ ਪੰਡਤ ਬੱਚਿਆਂ ਨੂੰ ਸੰਸਕ੍ਰਿਤ ਦੀ ਵਿਦਿਆ ਪੜ੍ਹਾਉਂਦਾ ਸੀ। ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਗਤ ਜਲੰਦੇ ਦਾ ਉਧਾਰ ਕਰਦੇ ਹੋਏ, ਜੀਆਂ ਨੂੰ ਜੀ ਦਾਨ ਦਿੰਦੇ ਹੋਏ ਉਸ ਮੰਦਿਰ ਵਿੱਚ ਜਾ ਪਹੁੰਚੇ। ਸਤਿਗੁਰੂ ਨੇ ਵੇਖਿਆ ਕਿ ਪਾਂਡਾ ਬੱਚਿਆਂ ਨੂੰ ਸੰਸਕ੍ਰਿਤ ਦੀ ਵਿਦਿਆ ਪੜ੍ਹਾ ਰਿਹਾ ਹੈ, ਅੱਖਰਾਂ ਦੀ ਸੋਝੀ ਦੇ ਰਿਹਾ ਹੈ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਪੰਡਤ ਜੀ ਆ ਜਿਹੜੇ ਤੁਸੀਂ ਅੱਖਰ ਇਹਨਾਂ ਬੱਚਿਆਂ ਨੂੰ ਪੜ੍ਹਾ ਰਹੇ ਹੋ, ਇਹਨਾਂ ਅੱਖਰਾਂ ਦੀ ਤੁਹਾਨੂੰ ਸੋਝੀ ਹੈ ਆਪ ਨੂੰ? ਤੁਸੀਂ ਇਹਨਾਂ ਅੱਖਰਾਂ ਦੇ ਅਰਥ ਕਰ ਸਕਦੇ ਹੋ? ਤੇ ਪੰਡਤ ਨੇ ਆਖਿਆ, ਮਹਾਰਾਜ ਇਹ ਤਾਂ ਕੱਲਾ ਕੱਲਾ ਅੱਖਰ ਹੈ, ਤੇ ਇਹਨਾਂ ਦੇ ਅਰਥ ਕੀ ਬਣਨਗੇ? ਅਰਥ ਤੇ ਬਣਦੇ ਜਦੋਂ ਪੰਕਤੀ ਜੁੜ ਜਾਵੇ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਫਿਰ ਇਹ ਵਿਦਿਆ ਕਾਹਦੇ ਵਾਸਤੇ ਪੜ੍ਹਾ ਰਹੇ ਹੋ?
ਇਹ ਪੰਡਤ ਕਹਿਣ ਲੱਗਾ, ਮਹਾਰਾਜ ਇਹ ਤਾਂ ਬੱਚਿਆਂ ਨੂੰ ਵਿਵਹਾਰਕ ਸੋਝੀ ਵਾਸਤੇ ਮੈਂ ਇਹ ਵਿਦਿਆ ਪੜ੍ਹਾ ਰਿਹਾ ਹਾਂ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਜਿਹੜੀ ਤੂੰ ਵਿਵਹਾਰਕ ਵਿਹਾਰ ਦੇ ਕਾਰਨ ਵਾਸਤੇ ਇਹ ਵਿਦਿਆ ਦੀ ਦਾਤ ਦੇ ਰਿਹਾ ਹੈ ਨਾ, ਇਹ ਤਾਂ ਜੰਜਾਲ ਰੂਪ ਹੈ, ਇਹ ਤਾਂ ਫਾਈ ਰੂਪ ਹੈ, ਇਹਦਾ ਕੀ ਫਾਇਦਾ ਹੈ? ਤੇ ਫਿਰ ਪੰਡਤ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਮੇਰੇ ਤੇ ਕਿਰਪਾ ਕਰੋ ਤੇ ਮੈਨੂੰ ਉਸ ਅਧਿਆਤਮਕ ਵਿਦਿਆ ਦੀ ਦਾਤ ਬਖਸ਼ਿਸ਼ ਕਰੋ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ, ਸੰਗਤ ਜੀ ਇਹ ਫਿਰ ਓਅੰਕਾਰ ਦੀ ਬਾਣੀ ਜਿਹੜੀ ਹੈ ਨਾ, ਉਸ ਪਾਂਦੇ ਦੇ ਪਰਤਾਏ, ਪੰਡਤ ਦੇ ਪਰਤਾਏ ਉਚਾਰਨ ਕੀਤੀ ਹੈ। ਔਰ ਜਿਹੜੀ ਸਾਡੀ ਪੁਰਾਤਨ ਜਨਮ ਸਾਖੀ ਹੈ ਉਹਦੇ ਵਿੱਚ ਇਹ ਚਤਰਦਾਸ ਇੱਕ ਪੰਡਤ ਬਨਾਰਸ ਦਾ ਹੋਇਆ ਹੈ, ਉਹਦੇ ਪਰਤਾਏ ਉਚਾਰਨ ਕੀਤੀ ਹੈ। ਔਰ ਡਾਕਟਰ ਚਰਨ ਸਿੰਘ, ਡਾਕਟਰ ਭਾਈ ਵੀਰ ਸਿੰਘ ਜੀ ਦੇ ਪਿਤਾ ਜੀ, ਉਹਨਾਂ ਨੇ ਜਿੱਥੇ ਬਾਣੀ ਬਿਓਰਾ ਲਿਖਿਆ ਹੈ ਉਹਦੇ ਵਿੱਚ ਦੱਖਣੀ ਇੱਕ ਰਾਗਣੀ ਦਾ ਜ਼ਿਕਰ ਕੀਤਾ, ਕਿਉਂਕਿ ਇਹ ਹੋਰ ਵੀ ਕਈ ਰਾਗਾਂ ਵਿੱਚ ਆਈ ਹੈ ਤੇ ਉਚਾਰਨ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ ਹੈ। ਵੱਡਾ ਹੰਸ ਮਹੱਲਾ ਪਹਿਲਾ ਦੱਖਣੀ ਹੋਰ ਵੀ ਕਈ ਰਾਗਾਂ ਵਿੱਚ ਆਈ ਹੈ। ਇਸ ਕਰਕੇ ਇਹ ਦੱਖਣੀ ਇੱਕ ਰਾਗਣੀ ਵੀ ਮੰਨੀ ਹੈ ਔਰ ਇੱਕ ਰਾਗਾਂ ਦੀ ਜਾਤੀ ਵੀ ਮੰਨੀ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਇਹ ਦੱਖਣ ਦੇ ਇਲਾਕੇ ਵਿੱਚ, ਹੁਣ ਜੇ ਆਪਾਂ ਇਹਨੂੰ ਕਹੀਏ ਨਾ ਜੀ ਦੱਖਣੀ ਓਅੰਕਾਰ, ਤੇ ਕੱਲ ਨੂੰ ਕੋਈ ਸਵਾਲ ਵੀ ਕਰੇਗਾ ਵੀ ਪੰਜਾਬੀ ਓਅੰਕਾਰ ਕਿੱਥੇ ਹੈ ਜਾਂ ਮਹਾਰਾਸ਼ਟਰੀ ਓਅੰਕਾਰ ਕਿੱਥੇ ਹੈ। ਇਸ ਕਰਕੇ ਆਰਾਮ ਕਲੀ ਮਹੱਲਾ ਪਹਿਲਾ ਦੱਖਣੀ ਓਅੰਕਾਰ, ਓਅੰਕਾਰ ਦੀ ਬਾਣੀ ਸਤਿਗੁਰੂ ਜੀ ਪੰਡਤ ਦੇ ਪਰਤਾਏ ਉਚਾਰਨ ਕਰਦੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ ਤੇ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਓੰਕਾਰ ਬ੍ਰਹਮਾ ਉਤਪਤ। ਪੰਡਤ ਨੇ ਬੇਨਤੀ ਕੀਤੀ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਸਮਝਾਓ ਵੀ ਇਹ ਸ੍ਰਿਸ਼ਟੀ ਦੀ ਉਤਪਤੀ ਕਿਵੇਂ ਹੋਈ ਹੈ। ਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਵੀ ਤੁਸੀਂ ਦੱਸੋ। ਤੇ ਪੰਡਤ ਕਹਿਣ ਲੱਗਾ, ਮਹਾਰਾਜ ਅਸਾਂ ਤੇ ਇੰਨਾ ਕੁ ਪੜ੍ਹਿਆ ਗ੍ਰੰਥਾਂ ਵਿੱਚ ਕਿ ਸ੍ਰਿਸ਼ਟੀ ਦੀ ਉਤਪਤੀ ਜਿਹੜੀ ਉਹ ਬ੍ਰਹਮੇ ਨੇ ਕੀਤੀ ਹੈ। ਮਹਾਰਾਜ ਸਾਹਿਬ ਜੀ ਹੱਸ ਕੇ ਕਹਿਣ ਲੱਗੇ, ਪੰਡਤ ਜੀ ਬ੍ਰਹਮੇ ਨੂੰ ਕਿਹਨੇ ਪੈਦਾ ਕੀਤਾ ਹੈ? ਹੁਣ ਪੰਡਤ ਜੀ ਚੁੱਪ ਹੋ ਗਏ, ਕਹਿਣ ਲੱਗੇ ਮਹਾਰਾਜ ਇਹਦੇ ਬਾਰੇ ਮੈਨੂੰ ਗਿਆਨ ਨਹੀਂ, ਆਪ ਕਿਰਪਾ ਕਰਕੇ ਸਮਝਾਓ। ਤੇ ਹਜੂਰ ਕਹਿੰਦੇ ਨੇ ਓੰਕਾਰ ਬ੍ਰਹਮਾ ਉਤਪਤ, ਅਕਾਲ ਪੁਰਖ ਵਾਹਿਗੁਰੂ ਨੇ ਕੀਤਾ ਫਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਸੰਗਤ ਜੀ ਜਦੋਂ ਇੱਕ ਸ਼ਬਦ ਉਚਾਰਨ ਕੀਤਾ ਔਰ ਸਿੱਖ ਧਰਮ ਦੇ ਅੰਦਰ ਉਹ ਸ਼ਬਦ ਹੈ ਓੰਕਾਰ। ਓੰਕਾਰ ਦੀ ਧੁਨੀ ਤੋਂ ਇਹ ਸ੍ਰਿਸ਼ਟੀ ਪੈਦਾ ਹੋਈ ਹੈ। ਓੰਕਾਰ ਬ੍ਰਹਮਾ ਉਤਪਤ। ਓੰਕਾਰ ਸ਼ਬਦ ਦੁਆਰਾ ਹੀ ਬ੍ਰਹਮੇ ਦੀ ਨਾਭ ਕਮਲ ਵਿੱਚੋਂ ਉਤਪਤੀ ਹੋਈ ਹੈ। ਗੁਰੂ ਨਾਨਕ ਦੇਵ ਜੀ ਨੇ ਗੂਜਰੀ ਰਾਗ ਵਿੱਚ ਵੀ ਜ਼ਿਕਰ ਕੀਤਾ ਹੈ, ਨਾਭ ਕਮਲ ਤੇ ਬ੍ਰਹਮਾ ਉਪਜੇ, ਵੇਦ ਪੜ੍ਹੈ ਮੁਖ ਕੰਠ ਸਵਾਰ। ਸੰਗਤ ਜੀ ਨਾਭੀ ਦੇ ਵਿੱਚੋਂ ਜਿਹੜਾ ਸਾਡੇ ਪੁਰਾਤਨ ਗ੍ਰੰਥਾਂ ਨੇ ਇਉਂ ਵੀ ਜ਼ਿਕਰ ਕੀਤਾ ਹੈ ਕਿ ਵਿਸ਼ਨੂੰ ਦੀ ਨਾਭੀ ਵਿੱਚੋਂ ਕਮਲ ਦੀ ਨਾੜੀ ਪੈਦਾ ਹੋਈ ਹੈ
ਤੇ ਉਸ ਕਮਲ ਦੀ ਨਾੜੀ ਵਿੱਚੋਂ ਬ੍ਰਹਮੇ ਦੀ ਉਤਪਤੀ ਹੋਈ ਹੈ, ਪਰਮੇਸ਼ਰ ਨੇ ਕੀਤੀ ਹੈ। ਪਰ ਜਦੋਂ ਬ੍ਰਹਮੇ ਨੇ ਪੁੱਛਿਆ ਵੀ ਮੇਰੀ ਉਤਪਤੀ ਕਿਸ ਤੋਂ ਹੋਈ ਹੈ, ਇਹ ਦੱਸਣ ਵਾਲੇ ਨੇ ਦੱਸਿਆ ਵੀ ਤੂੰ ਇਹ ਨਾਭ ਕਮਲ ਵਿੱਚੋਂ ਪੈਦਾ ਹੋਇਆ। ਉਹਨੇ ਆਖਿਆ ਮੈਂ ਏਡਾ ਵੱਡਾ, ਇਹ ਛੋਟੀ ਜੀ ਨਾੜੀ ਹੈ, ਮੈਂ ਇਹਦੇ ਵਿੱਚੋਂ ਕਿਸ ਤਰ੍ਹਾਂ ਪੈਦਾ ਹੋ ਗਿਆ। ਸਾਡੇ ਸਾਖੀਕਾਰਾਂ ਨੇ ਜ਼ਿਕਰ ਕੀਤਾ ਹੈ, ਬ੍ਰਹਮੇ ਨੇ ਹੰਕਾਰ ਵਿੱਚ ਆ ਕੇ ਨਾ ਤੇ ਉਹ ਨਾਭ ਕਮਲ ਨੂੰ ਲੱਤ ਮਾਰੀ ਹੈ ਤੇ ਬ੍ਰਹਮਾ ਉਸ ਨਾਭ ਕਮਲ ਦੇ ਵਿੱਚ ਡਿੱਗ ਗਿਆ ਤੇ ਫਿਰ ਕਹਿੰਦੇ 36 ਯੁੱਗ ਉਹ ਵਿੱਚੇ ਹੀ ਭਰਮਦਾ ਰਿਹਾ। ਫਿਰ ਉਹਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕੀਤੀ। ਫਿਰ ਵਾਹਿਗੁਰੂ ਨੇ ਕਿਰਪਾ ਕਰਕੇ ਨਾਭ ਕਮਲ ਦੇ ਵਿੱਚੋਂ ਓੰਕਾਰ ਸ਼ਬਦ ਦੁਆਰਾ ਬ੍ਰਹਮੇ ਦੀ ਉਤਪਤੀ ਕੀਤੀ। ਓੰਕਾਰ ਕੀਆ ਜਿਨ ਚਿਤ। ਸੰਗਤ ਜੀ ਦਸਮ ਗ੍ਰੰਥ ਦੇ ਵਿੱਚ ਇਹ ਪ੍ਰਸੰਗ ਆਉਂਦਾ ਹੈ ਕਿ ਜਦੋਂ ਪਰਮੇਸ਼ਰ ਨੇ ਸ੍ਰਿਸ਼ਟੀ ਪੈਦਾ ਕੀਤੀ ਤੇ ਉਸ ਵੇਲੇ ਹਜੂਰ ਕਹਿੰਦੇ ਨੇ ਦਾਇਂਤ ਰਚੇ ਦੁਸ਼ਟ ਦੁਖਦਾਈ। ਜਿਹੜੇ ਦੈਂਤ ਸੀ ਨਾ ਪਹਿਲਾਂ ਇਹਨਾਂ ਦੀ ਉਤਪਤੀ ਹੋਈ ਹੈ, ਮਦ ਤੇ ਕੈਂਡਵ। ਇਹਨਾਂ ਨੇ ਜਦੋਂ ਬ੍ਰਹਮਾ ਨੂੰ ਵੇਖਿਆ ਨਾ ਤੇ ਇਹ ਬ੍ਰਹਮੇ ਨੂੰ ਕਾੜ ਵਾਸਤੇ ਆਏ। ਜਦੋਂ ਇਹ ਬ੍ਰਹਮੇ ਵੱਲੇ ਦੌੜ ਕੇ ਆਏ ਤੇ ਬ੍ਰਹਮਾ ਡਰ ਗਿਆ ਤੇ ਬ੍ਰਹਮੇ ਨੇ ਡਰ ਕੇ ਤੇ ਓੰਕਾਰ ਦੀ ਧੁਨੀ ਉਚਾਰਨ ਕੀਤੀ, ਪਰਮੇਸ਼ਰ ਨੂੰ ਚੇਤੇ ਕੀਤਾ। ਓੰਕਾਰ ਕੀਆ ਜਿਨ ਚਿਤ। ਚਿਤ ਨਾਮ ਚੇਤੇ ਦਾ ਹੈ। ਜਿਸ ਬ੍ਰਹਮੇ ਨੇ ਓੰਕਾਰ ਸ਼ਬਦ ਦੁਆਰਾ ਵਾਹਿਗੁਰੂ ਨੂੰ ਚੇਤੇ ਕੀਤਾ, ਮਹਾਰਾਜ ਆ ਦੈਂਤਾਂ ਤੋਂ ਮੇਰੀ ਰੱਖਿਆ ਕਰੋ। ਤੇ ਫਿਰ ਬ੍ਰਹਮੇ ਨੂੰ ਆਕਾਸ਼ ਬਾਣੀ ਹੋਈ ਸੀ, ਸਿਮਰਨ ਕਰ, ਓੰਕਾਰ ਧੁਨੀ ਦਾ ਸਿਮਰਨ ਕਰ ਤੇ ਫਿਰ ਤੇਰੀ ਰੱਖਿਆ ਹੋਵੇਗੀ। ਸੰਗਤ ਜੀ ਵਾਹਿਗੁਰੂ ਨੇ ਫਿਰ ਆਪ ਮਦ ਤੇ ਕੈਂਡਵ ਨਾਮੇ ਦੈਂਤ ਤੋਂ ਬ੍ਰਹਮੇ ਦੀ ਰੱਖਿਆ ਕੀਤੀ। ਓੰਕਾਰ ਸੈਲ ਜੁਗ ਭਏ। ਸਤਿਗੁਰੂ ਜੀ ਕਹਿੰਦੇ ਨੇ ਓੰਕਾਰ ਸ਼ਬਦ ਦੁਆਰਾ ਹੀ ਸੈਲ ਨਾਮ ਪਹਾੜਾਂ ਦਾ ਹੈ। ਸੰਗਤ ਜੀ ਕਈ ਪਹਾੜ ਜਿਹੜੇ ਨੇ ਉਹ ਪੈਦਾ ਹੋਏ ਨੇ ਔਰ ਇਸੇ ਤਰ੍ਹਾਂ ਯੁੱਗ ਭਏ, ਯੁੱਗਾਂ ਦੀ ਉਤਪਤੀ ਹੋਈ ਹੈ, ਜਿਹਦੀ ਬਾਬਤ ਆਪਾਂ ਗੁਰਬਾਣੀ ਵਿੱਚ ਵੀ ਪੜ੍ਹਦੇ ਹਾਂ। ਸਮੇਂ ਦੀ ਵੰਡ ਕੀਤੀ ਗਈ ਸ੍ਰਿਸ਼ਟੀ ਦੀ ਤੇ 4 ਯੁੱਗ ਪੈਦਾ ਕੀਤੇ ਗਏ, ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ। ਇਹਨਾਂ 4 ਯੁੱਗਾਂ ਦੁਆਰਾ ਇਹ ਸ੍ਰਿਸ਼ਟੀ ਦੇ ਸਮੇਂ ਦੀ ਵੰਡ ਕੀਤੀ ਗਈ ਹੈ ਔਰ ਇਸੇ ਤਰ੍ਹਾਂ ਯੁੱਗ ਭਏ, ਜੀਵ ਤੇ ਈਸ਼ ਹੋਏ ਔਰ ਇਸੇ ਤਰ੍ਹਾਂ ਜੀਵ ਅਤੇ ਪ੍ਰਕਿਰਤੀ ਦੇ ਜਿਹੜੇ ਭੇਦ ਸੀ ਉਹ ਭੈ ਹੋ ਗਏ। ਓੰਕਾਰ ਵੇਦ ਨਿਰਮਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਓੰਕਾਰ ਸ਼ਬਦ ਦੁਆਰਾ ਹੀ ਜਿਹੜੇ ਵੇਦ ਨੇ 4, ਇਹ 4 ਵੇਦਾਂ ਦੀ ਉਤਪਤੀ ਹੋਈ ਹੈ। ਓੰਕਾਰ ਸ਼ਬਦ ਉਦਰੇ। ਸੰਗਤ ਜੀ ਓੰਕਾਰ ਦੀ ਧੁਨੀ ਉਚਾਰਨ ਵਾਲਾ ਬ੍ਰਹਮੇ ਦੇ ਕੋਲ ਇੱਕ ਸੰਖ ਸੀ ਤੇ ਜਦੋਂ ਉਹ ਬ੍ਰਹਮਾ ਸੰਖ ਪੂਰਦਾ ਸੀ ਨਾ ਤੇ ਉਹਦੇ ਵਿੱਚੋਂ ਧੁਨੀ ਨਿਕਲਦੀ ਸੀ ਓੰਕਾਰ। ਓੰਕਾਰ ਦੇ ਕਈ ਭੇਦ ਨੇ ਸੰਗਤ ਜੀ, ਇਹਨੂੰ ਓਮ ਵੀ ਕਿਹਾ ਗਿਆ ਜਾਂ ਹੋਰ ਵੀ ਕਈ ਸ਼ਬਦਾਂ ਵਿੱਚ। ਪਰ ਜਿਹੜਾ ਇਹ ਸ਼ਬਦ ਸੀ ਨਾ ਇਹਦਾ ਆਪਸ ਵਿੱਚ ਵਿਵਾਦ ਬੜਾ ਸੀ, 63-64 ਪ੍ਰਕਾਰ ਦਾ ਵਿਵਾਦ ਸੀ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ
ਇਹ ਵਿਵਾਦ ਖਤਮ ਕਰਨ ਵਾਸਤੇ ਇਹਦੇ ਗਾੜੀ ਏਕਾ ਲਾ ਦਿੱਤਾ, ਇੱਕ ਓੰਕਾਰ। ਵੀ ਉਹ ਇੱਕ ਹੈ। ਕਿਉਂ ਐਵੇਂ ਲੜੀ ਜਾਂਦੇ ਹੋ? ਵੀ ਸਾਡਾ ਓੰਕਾਰ ਇਸ ਤਰ੍ਹਾਂ ਦਾ, ਤੁਹਾਡਾ ਓੰਕਾਰ ਇਸ ਤਰ੍ਹਾਂ ਦਾ। ਨਹੀਂ, ਮਹਾਰਾਜ ਕਹਿੰਦੇ ਉਹ ਤਾਂ ਇੱਕ ਹੈ, ਲੜੋ ਮਤ। ਸੰਗਤ ਜੀ, ਉਹ ਜਿਹੜਾ ਬ੍ਰਹਮੇ ਦੇ ਕੋਲ ਸੰਖ ਸੀ ਨਾ, ਉਹ ਇੱਕ ਦੈਂਤ ਖੋ ਕੇ ਲੈ ਗਿਆ ਜਿਹਦਾ ਨਾਮ ਸੰਖਾਸੁਰ ਸੀ। ਤੇ ਫਿਰ ਬ੍ਰਹਮੇ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਜਿਹੜਾ ਮੈਂ ਸੰਖ ਵਜਾਉਂਦਾ ਸਾਂ ਉਹਦੇ ਵਿੱਚੋਂ ਧੁਨੀ ਨਿਕਲਦੀ ਸੀ ਓੰਕਾਰ ਦੀ, ਤੇ ਮਹਾਰਾਜ ਉਹ ਸੰਖਾਸੁਰ ਖੋ ਕੇ ਲੈ ਗਿਆ। ਇਹ ਉਦੋਂ ਕਹਿੰਦੇ ਵਿਸ਼ਨੂੰ ਨੇ ਮੱਛ ਦਾ ਅਵਤਾਰ ਧਾਰ ਕੇ ਸੰਗਤ ਜੀ ਸੰਖਾਸੁਰ ਮਾਰੇ, ਵੇਦ ਉਧਾਰੇ। ਉਹ ਵੇਦ ਦੀ ਧੁਨੀ ਉਚਾਰਨ ਕਰਨ ਵਾਲਾ ਜਿਹੜਾ ਸੰਖ ਸੀ ਨਾ, ਉਹ ਵਾਪਸ ਲਿਆਣ ਕੇ ਦਿੱਤਾ। ਸਤਿਗੁਰੂ ਜੀ ਕਹਿੰਦੇ ਨੇ ਓੰਕਾਰ ਸ਼ਬਦ ਉਧਰੇ। ਓੰਕਾਰ ਸ਼ਬਦ ਦੁਆਰਾ ਹੀ ਸੰਗਤ ਜੀ ਬ੍ਰਹਮੇ ਦਾ ਉਧਾਰ ਕੀਤਾ। ਓੰਕਾਰ ਗੁਰਮੁਖ ਤਰੇ, ਅਤੇ ਓੰਕਾਰ ਸ਼ਬਦ ਦਾ ਜਾਪ ਕਰਕੇ ਗੁਰੂ ਚਰਨਾਂ ਨਾਲ ਜੁੜ ਕਰਕੇ ਗੁਰਮੁਖ ਪਿਆਰੇ ਸੰਸਾਰ ਸਮੁੰਦਰ ਤੋਂ ਤਰ ਗਏ। ਓ ਨਮ ਅੱਖਰ ਸੁਨਹੁ ਵਿਚਾਰ। ਹੁਣ ਸੱਚੇ ਪਾਤਸ਼ਾਹ ਜੀ ਕਹਿੰਦੇ, ਪੰਡਤ ਜੀ, ਓ ਨਾਮ ਅੱਖਰ, ਉਹਦਾ ਅਰਥ ਹੈ ਓੰਕਾਰ, ਤੇ ਨਮ ਦਾ ਅਰਥ ਹੈ ਨਮਸਕਾਰ ਕਰਨ ਯੋਗ, ਤੇ ਅੱਖਰ ਦਾ ਅਰਥ ਹੈ ਅਖਿਰ, ਜਿਹੜਾ ਖਰਦਾ ਨਹੀਂ, ਨਾਸ ਨਹੀਂ ਹੁੰਦਾ। ਸਤਿਗੁਰੂ ਜੀ ਕਹਿੰਦੇ, ਪੰਡਤ ਜੀ, ਹੁਣ ਓੰਕਾਰ ਜੋ ਨਮਸਕਾਰ ਕਰਨੇ ਯੋਗ ਹੈ, ਉਹਦੀ ਵਿਚਾਰ ਸੁਣੋ। ਓ ਨਮ ਅੱਖਰ ਤ੍ਰਿਭਵਨ ਸਾਰ। ਓੰਕਾਰ ਜੋ ਨਮਸਕਾਰ ਕਰਨੇ ਯੋਗ ਹੈ, ਨਾਸ ਤੋਂ ਰਹਿਤ ਹੈ, ਉਹ ਤਿੰਨਾਂ ਭਵਨਾਂ ਦੀ ਸਾਰ ਸੰਭਾਲ ਕਰਦਾ ਹੈ। ਸੁਣ ਪਾਂਡੇ ਕਿਆ ਲਿਖੋ ਜੰਜਾਲਾ। ਸੰਗਤ ਜੀ, ਇਹ ਪੰਕਤੀਆਂ ਇਸ ਪਾਵਨ ਬਾਣੀ ਦਾ ਧੁਰਾ ਨੇ। ਸਾਰਾ ਸ਼ਬਦ ਜਿਹੜਾ ਨਾ, ਸਾਰੀ ਬਾਣੀ ਜਿਹੜੀ ਹੈ ਨਾ, ਓੰਕਾਰ ਦੀ ਇਹ ਪੰਕਤੀਆਂ ਦੇ ਦੁਆਲੇ ਘੁੰਮਦੀ ਹੈ। ਸੁਣ ਪਾਂਡੇ ਕਿਆ ਲਿਖੋ ਜੰਜਾਲਾ। ਹੇ ਪੰਡਤ ਜੀ, ਸੁਣਨਾ ਕਰੋ, ਤੁਸੀਂ ਆ ਜੰਜਾਲ ਦੀ ਵਿਦਿਆ ਕੀ ਲਿਖ ਰਹੇ ਹੋ? ਲਿਖ RAM ਨਾਮ ਗੁਰਮੁਖ ਗੋਪਾਲਾ। ਪੰਡਤ ਨੇ ਬੇਨਤੀ ਕੀਤੀ, ਮਹਾਰਾਜ ਫਿਰ ਮੈਂ ਕੀ ਲਿਖਾਂ? ਤੇ ਹਜੂਰ ਕਹਿੰਦੇ, ਇੱਕ ਤਾਂ ਇਹਨਾਂ ਵਿਦਿਆਰਥੀਆਂ ਨੂੰ ਨਾ ਪੱਟੀ ਦੇ ਉੱਤੇ ਲਿਖ ਕੇ ਦੇ, ਰਮੇ ਹੋਏ ਪਰਮੇਸ਼ਰ ਦਾ ਨਾਮ, ਤੇ ਦੂਜਾ ਤੂੰ ਆਪਣੇ ਹਿਰਦੇ ਰੂਪੀ ਪੱਟੀ ਦੇ ਉੱਤੇ ਵੀ ਲਿਖ, ਰਾਮ ਨਾਮ ਗੁਰਮੁਖ ਗੋਪਾਲਾ। ਰਮੇ ਹੋਏ ਰਾਮ ਪਰਮੇਸ਼ਰ ਦਾ ਨਾਮ ਲਿਖਣਾ ਕਰ, ਜੋ ਮੁਖੀ ਗੁਰਾਂ ਦੁਆਰਾ ਭਾਵ ਗੁਰੂ ਧਾਰਨ ਕਰਕੇ, ਤੇ ਗੋਪਾਲਾ ਜੋ ਪ੍ਰਿਥਵੀ ਦੀ ਪਾਲਣਾ ਕਰਨ ਵਾਲਾ ਹੈ, ਜੋ ਧਰਤੀ ਦੀ ਰੱਖਿਆ ਕਰਨ ਵਾਲਾ ਹੈ, ਉਹਦੀ ਪ੍ਰਾਪਤੀ ਕਰ। ਸੰਗਤ ਜੀ, ਇਹ ਬਾਣੀ ਲੰਬੇਰੀ ਹੈ, ਤੇ ਅੱਜ ਇੱਥੇ ਇਹ ਪਹਿਲੇ ਪਦੇ ਦੀ ਜਿਹੜੀ ਵਿਚਾਰ ਹੈ ਉਹ ਸੰਪੰਨ ਹੋਈ ਹੈ। ਸਤਿਗੁਰੂ ਰਹਿਮਤ ਕਰਨ। ਜਿਵੇਂ ਜਿਵੇਂ ਅੱਗੇ ਸਤਿਗੁਰੂ ਜੀ ਰਹਿਮਤ ਕਰਨਗੇ, ਅੱਖਰਾਂ ਦੁਆਰਾ ਉਪਦੇਸ਼ ਬਖਸ਼ਿਸ਼ ਕਰਨਗੇ, ਨਾਲੇ ਪੰਡਤ ਨੂੰ ਦੱਸਣਗੇ ਵੀ ਇਹਨਾਂ ਅੱਖਰਾਂ ਦੇ ਵੀ ਅਰਥ ਬਣਦੇ ਨੇ, ਉਹ ਵਿਚਾਰ ਆਪਾਂ ਅੱਗੇ ਨਾਲ ਨਾਲ ਸਰਵਣ ਕਰਾਂਗੇ। ਸਤਿਗੁਰੂ ਰਹਿਮਤ ਕਰਨ। ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਰੱਖੀਏ। ਉਹ ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਹੈ, ਸਾਰਿਆਂ ਦੀ ਉਤਪਤੀ ਕਰਨ ਵਾਲਾ ਹੈ। ਸੰਗਤ ਜੀ, ਉਹ ਸਾਰਿਆਂ ਦੀ ਸੰਭਾਲ ਕਰਨ ਵਾਲਾ ਹੈ। ਉਹਦੇ ਤੇ ਸਦਾ ਹੀ ਸਾਨੂੰ ਯਕੀਨ ਭਰੋਸਾ ਰੱਖਣਾ ਚਾਹੀਦਾ ਹੈ। ਸੁਣ ਪਾਂਡੇ ਕਿਆ ਲਿਖੋ ਜੰਜਾਲਾ। ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ
ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।